ਤੁਸੀਂ ਵੱਡੀ ਤਾਦਾਦ 'ਚ ਆਏ ਹੋ, ਧੰਨਵਾਦ ਤੁਹਾਡਾ। ਅੱਜ ਸਿਰਫ ਪ੍ਰੈਸ ਕਾਨਫਰੰਸ ਤੇ ਕੁਝ ਲੀਡਰ ਬੁਲਾਏ ਸੀ, ਪਰ ਤੁਸੀਂ ਆਏ ਹੋ, ਮਿਹਰਬਾਨੀ ਤੁਹਾਡੀ। ਪਰ ਇੱਕ ਤਾਂ ਨਾਅਰਾ ਨਹੀਂ ਕਿਸੇ ਨੇ ਲਾਉਣਾ। ਇੱਕ ਲੰਚ ਦਾ ਪ੍ਰੋਗਰਾਮ ਬਹੁਤਾ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ, ਇਸ ਕਰਕੇ ਸਾਰੇ ਵਰਕਰ ਨੂੰ ਬੇਨਤੀ ਹੈ ਕਿ ਕੋਈ ਨਾਅਰਾ ਨਾ ਲੱਗੇ, ਕੁਛ ਨਾ ਕਹੋ, ਤੇ ਕੋਸ਼ਿਸ਼ ਕਰੋ ਕਿ ਆਪਾਂ ਇੱਥੇ ਕੁਰਸੀਆਂ 'ਤੇ ਸਿਰਫ ਪ੍ਰੈਸ ਵਾਲੇ ਵੀਰ ਤੇ ਭੈਣਾਂ ਬੈਠਣ, ਤਾਂ ਕਿ ਉਹਨਾਂ ਨੂੰ ਜਿਨ੍ਹਾਂ ਨੂੰ ਬੁਲਾਇਆ ਉਹ ਬੈਠ ਸਕਣ। ਤੇ ਸਾਡੇ ਨੇਤਾ ਨੇ ਜਿਹਨੇ ਆਏ ਨੇ ਉਹਨਾਂ ਨੂੰ ਅਸੀਂ ਬੇਨਤੀ ਹੈ ਕਿ ਹੇਠਾਂ ਉਹਨਾਂ ਦੀਆਂ ਕੁਰਸੀਆਂ ਲੱਗ ਲਈਆਂ ਅਤੇ ਉਹਨਾਂ ਨੂੰ ਮੈਂ ਉਹਨਾਂ ਤੋਂ ਮਾਫੀ ਚਾਹੁੰਦਾ ਕਿ ਉਹਨਾਂ ਦੀ ਹੋਏਗੀ। ਕਿ ਸਾਡੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਉਹ ਤੁਸੀਂ ਆਪਣੇ ਇੱਕ ਪਾਸੇ ਹੋ ਨਾ, ਤਾਂ ਕਿ ਪ੍ਰੈਸ ਚੰਗੀ ਤਰ੍ਹਾਂ ਹੋ ਸਕੇ। ਕਰੀਏ ਜੀ ਸ਼ੁਰੂ। ਮੇਰੇ ਸਤਿਕਾਰਯੋਗ ਸਾਥੀ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਸਰਦਾਰ ਰਣਜੀਤ ਸਿੰਘ ਬਰਪੁਰਾ ਜੀ ਔਰ ਚੰਦਰ ਸ਼ੇਖਰ ਆਜ਼ਾਦ ਸਮਾਜ ਪਾਰਟੀ ਕਾਸ਼ੀ ਰਾਮ, ਉਹਨਾਂ ਦੇ ਭੀਮ ਆਰਮੀ ਬੀਬੀ ਸਵਰਨ ਕੌਰ ਸਰਪ੍ਰਸਤ, ਸ਼੍ਰੀ ML ਤੋਮਰ ਜੀ ਪ੍ਰਭਾਰੀ ਪੰਜਾਬ, ਸ਼੍ਰੀ ਰਾਜੀਵ ਕੁਮਾਰ ਲਵਲੀ ਜੀ ਪ੍ਰਧਾਨ ਆਜ਼ਾਦ ਸਮਾਜ ਪਾਰਟੀ, ਸਰਦਾਰ ਬੂਟਾ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਰਤੀ, ਜਨਾਬ ਮਕਸੂਦ ਉਲ ਹਕ ਕੌਮੀ ਸਕੱਤਰ ਇੰਡੀਅਨ ਮੁਸਲਿਮ ਲੀਗ, ਔਰ ਮਾਸਟਰ ਅਵਤਾਰ ਸਿੰਘ ਪ੍ਰਧਾਨ ਜਨਤਾ ਦਲ ਸੈਕੂਲਰ, ਔਰ ਇੱਕ ਮਿੰਟ ਜੀ, ਸਰਦਾਰ ਮਨਵਿੰਦਰ ਸਿੰਘ ਸੂਬਾ ਪ੍ਰਧਾਨ ਜਨਤਾ ਦਲ ਯੂਨਾਈਟਿਡ, ਔਰ ਕਮਰ ਹਰਵੀਰ ਸਿੰਘ ਢੀਂਡਸਾ, ਉਹਨਾਂ ਦੇ ਜਨ ਸਕੱਤਰ ਨੇ ਜਨਤਾ ਦਲ ਯੂਨਾਈਟਿਡ ਦੇ। ਉਹ ਭਾਵੇਂ ਸਾਡੇ ਨਾਲ ਪਹਿਲਾਂ ਵੀ ਆ ਚੁੱਕੇ ਨੇ, ਪਰ ਉਹਨੂੰ ਆਏ ਨੇ, ਮਿਹਰਬਾਨੀ। ਇੱਕ ਤਾਂ ਸਭ ਨੂੰ ਬੇਨਤੀ ਹੈ ਪ੍ਰੈਸ ਵਾਲੇ ਵੀਰਾਂ ਨੂੰ ਕਿ ਇਹ ਪਾਰਟੀਆਂ, ਕਿਉਂਕਿ ਲੋਕਾਂ ਦੀ, ਪੰਜਾਬ ਦੇ ਲੋਕਾਂ ਦੀ ਇੱਕ ਇੱਛਾ ਹੈ ਕਿ ਇੱਕ ਐਸਾ ਫਰੰਟ ਬਣੇ, ਥਰਡ ਫਰੰਟ। ਜਿਹੜੇ ਲੋਕ ਉਹਨਾਂ ਤੋਂ ਤੰਗ ਹੋਏ ਨੇ, ਥਰਡ ਫਰੰਟ ਕਹਿ ਲਓ, ਫੋਰਥ ਫਰੰਟ ਕਹਿ ਲਓ, ਉਹਦੀ ਅੱਜ ਨੀਂਹ ਰੱਖਣ ਲੱਗੇ ਆ, ਜਿਹਦੇ ਵਿੱਚ ਬਾਬੂ ਕਾਸ਼ੀ ਰਾਮ ਜੀ ਦੀ ਭੈਣ ਦੀ ਸਰਪ੍ਰਸਤੀ ਹੈ ਸਾਡੇ ਨਾਲ, ਔਰ ਇਹਨਾਂ ਦਾ ਜੋ ਆਜ਼ਾਦ ਗਰੁੱਪ ਹੈ, ਜਿਨ੍ਹਾਂ ਨੇ ਬਹੁਤ ਵੱਡਾ ਚੈਲੰਜ ਯੂਪੀ 'ਚ ਵੀ ਮਾਇਆਵਤੀ ਜੀ ਨੂੰ ਕੀਤਾ, ਔਰ ਅੱਜ ਸਾਡੇ ਨਾਲ ਲੜ ਕੇ ਇਹਨਾਂ ਦੀ ਭੀਮ ਆਰਮੀ ਹੈ, ਦੂਸਰੇ ਨੇ, ਇਹ ਅੱਜ ਸਾਡੇ ਨਾਲ ਲੜ ਰਹੇ ਨੇ। ਇਸ ਕਰਕੇ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਅੱਜ ਜਿੰਨੇ ਮੈਂ ਨਾਂ ਲਏ ਨੇ ਤਾਂ ਲਏ ਨੇ ਕਿ ਇਹ ਸਾਡੇ ਨਾਲ ਅੱਜ ਫਰੰਟ ਵਿੱਚ ਜੁਆਇਨ ਕਰ ਰਹੇ ਨੇ। ਮੈਂ ਇਹਨਾਂ ਨੂੰ ਜੀ ਆਇਆਂ ਕਹਿਣਾ, ਧੰਨਵਾਦ ਕਰਨਾ ਚਾਹੁੰਦਾ ਕਿ ਇਹਨਾਂ ਨੇ ਆ ਕੇ ਸਾਡੇ ਵਿੱਚ ਜੁਆਇਨ ਵੀ ਕੀਤਾ ਔਰ ਇਹ ਸਾਡੇ ਨਾਲ ਤੁਰੇ ਨੇ। ਮੈਂ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਕਿਉਂਕਿ ਲੋਕਾਂ ਨੇ ਇੱਕ ਮਨ ਵਿੱਚ ਹੈ, ਕਿਉਂਕਿ ਜਿੱਥੇ ਵੀ ਜਾਓ ਕਹਿੰਦੇ ਜੀ ਨਾ BJP ਨੂੰ ਕੋਈ ਚਾਹੁੰਦਾ, ਨਾ ਕਾਂਗਰਸ ਨੂੰ ਕੋਈ ਚਾਹੁੰਦਾ, ਅਤੇ ਨਾ ਹੀ ਬਾਦਲਾਂ ਨੂੰ ਕੋਈ ਚਾਹੁੰਦਾ। ਉਹ ਚਾਹੁੰਦੇ ਆ ਕਿ ਕੋਈ ਐਸਾ ਫਰੰਟ ਬਣੇ। ਉਹ ਅੱਜ ਅਸੀਂ ਨਹੀਂ ਰੱਖਿਆ, ਅਤੇ ਅੱਜ ਅਸੀਂ, ਹਾਲਾਂਕਿ ਅਸੀਂ ਇਕੱਠੇ ਹੋਣਾ ਸੀ, ਪਰ ਜਨਤਾ ਦਾ ਸੈਕੂਲਰ ਨੂੰ ਪਤਾ ਲੱਗਿਆ, ਦੂਸਰੇ ਜਨਤਾ ਯੂਨਾਈਟਿਡ ਨੂੰ ਪਤਾ ਲੱਗਿਆ, ਉਹ ਆ ਗਏ ਸਾਡੇ ਨਾਲ, ਆ ਕੇ ਉਹਨਾਂ ਨੇ ਆ ਕੇ ਕਿਹਾ ਵੀ ਅਸੀਂ ਭਾਵੇਂ ਪਹਿਲਾਂ ਵੀ ਤੁਹਾਡੇ ਨਾਲ ਆਏ ਹਾਂ, ਪਰ ਅੱਜ ਫਿਰ ਤੁਹਾਡੇ ਉਸ ਫਰੰਟ ਵਿੱਚ ਅਸੀਂ ਸ਼ਾਮਲ ਹੋਣ ਲੱਗਿਆ। ਇਸ ਕਰਕੇ ਇਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ। ਔਰ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਆਏ ਨੇ, ਇਹਨਾਂ ਨੂੰ ਵੀ ਕਹੂੰਗਾ ਕਿ ਇਹ ਹੁਣ ਛੱਡਣ, ਆਪਦੇ ਸਟੇਟ ਵਿੱਚ ਆਉਣ। ਇਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ, ਆ ਕੇ ਇਹ ਵੀ ਇਹਦੇ ਵਿੱਚ ਕਰਨਗੇ। ਇੱਕ ਇਹਨਾਂ ਦੀ ਵੀ ਮੇਰੀ ਬੇਨਤੀ ਹੈ, ਉਹ ਅੱਜ ਆਏ ਨੇ, ਇਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ। ਦੂਸਰਾ ਇਹ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਇੱਕ ਐਸੀ ਸਰਕਾਰ ਬਣੇ ਜਿਹੜੇ ਲੋਕਾਂ ਦੀ ਇੱਛਾ ਦੇ ਮੁਤਾਬਕ ਤੁਰ ਸਕੇ, ਔਰ ਉਹਦੇ ਮੁਤਾਬਕ ਹੀ ਅਸੀਂ ਲੋਕਾਂ ਦੇ ਇੱਛਾ ਦੇ ਮੁਤਾਬਕ ਹੀ ਗੱਲ ਕਰਨਾ ਚਾਹੁੰਦੇ ਹਾਂ। ਇਹ ਸਾਥੀ ਨੇ ਇਹ ਵੀ ਤੁਹਾਡੇ ਨਾਲ 5-5 ਮਿੰਟ ਗੱਲ ਕਰਨਗੇ, ਅਤੇ ਉਸ ਤੋਂ ਬਾਅਦ ਮੈਂ ਫਿਰ ਇੱਕ ਵਾਰੀ ਵਰਨਪੁਰਾ ਜੀ ਕਰਨਗੇ,
ਤੇ ਉਸ ਤੋਂ ਬਾਅਦ ਮੈਂ ਵੀ ਤੁਹਾਡੀ ਧੰਨਵਾਦ ਇੱਕ ਵਾਰੀ ਫੇਰ ਕਰੂੰਗਾ। ਤੇ ਮੈਂ ਜਿੱਥੇ ਇਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ, ਸਰਦਾਰ ਇੰਦਰਜੀਤ ਸਿੰਘ ਹੋਰੀ ਐਡਵੋਕੇਟ, ਇਹਨਾਂ ਨੇ ਬੜਾ ਰੋਲ ਅਦਾ ਕੀਤਾ। ਇਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ, ਇਹਨਾਂ ਦਾ ਵੀ ਧੰਨਵਾਦ ਕਰਨਾ। ਔਰ ਜਿੰਨੇ ਵੀ ਹੋਰ ਸੱਜਣਾ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਕਈ ਨਾਂ ਵੀ ਰਹਿ ਗਏ ਹੋਣਗੇ ਪਰ ਫਿਰ ਵੀ ਉਹਨਾਂ ਦਾ ਨਹੀਂ। ਇਹਨਾਂ ਦੇ ਹੁਣ 5-5 ਮਿੰਟ ਮੈਂ ਬੇਨਤੀ ਕਰਾਂਗਾ ਕਿ ਆਜ਼ਾਦ ਗਰੁੱਪ ਵੱਲੋਂ ਪਹਿਲਾਂ ਤੁਸੀਂ ਪਹਿਲਾਂ ਕਰਨੀ ਕਿ ਬਾਅਦ 'ਚ ਕਰ ਲਓ? ਹਾਂ ਕਰ ਲਓ, ਪਹਿਲਾਂ ਇਸ ਤੋਂ ਪਹਿਲਾਂ ਕਿ ਆਜ਼ਾਦ ਸਮਾਜ ਗਰੁੱਪ ਵਾਲੇ ਗੱਲ ਕਰਨ ਆਪਦੀ, ਮੈਂ ਵਨਪਰਾ ਜੀ ਨੂੰ ਬੇਨਤੀ ਕਰਦਾ, ਸਾਡੇ ਸਰਪ੍ਰਸਤ ਨੇ, ਕਿ ਉਹ ਵੀ ਗੱਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪ੍ਰਧਾਨ ਸਾਹਿਬ ਹੋਰਾਂ ਨੇ ਕਿਹਾ ਬਿਲਕੁਲ ਠੀਕ ਕਿਹਾ। ਅੱਜ ਜੋ ਪੰਜਾਬ ਦੇ ਹਾਲਾਤ ਨੇ ਉਹਨਾਂ ਤੋਂ ਆਪਾਂ ਸਾਰੇ ਬਹੁਤ ਚੰਗੀ ਤਰ੍ਹਾਂ ਵਾਕਫ ਹਾਂ। ਕਾਂਗਰਸ ਪਾਰਟੀ ਜਿਹਨੇ ਰਵਾਇਤੀ ਪਾਰਟੀਆਂ ਦੇ ਵਿੱਚੋਂ ਕਾਂਗਰਸ ਪਾਰਟੀ ਬਹੁਤ ਜ਼ਿਆਦਾ ਆਪਣੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਤੇ ਬਾਦਲ ਕੇ ਜੋ ਇਹਨਾਂ ਲੋਕਾਂ ਨੇ ਪਿਛਲੇ ਸਮੇਂ ਦੇ ਵਿੱਚ ਜੋ ਪੰਜਾਬ ਦਾ ਬੇੜਾ ਗਰਕ ਕੀਤਾ, ਅੱਜ ਲੋਕ ਤਿਆਰ ਬਰ ਤਿਆਰ ਨੇ ਉਹਨਾਂ ਦੇ ਖਿਲਾਫ ਨੇ, ਉਹਨਾਂ ਦੇ ਖਿਲਾਫ ਫਤਵਾ ਦੇਣਾ ਚਾਹੁੰਦੇ ਨੇ। ਸੋ ਇਸ ਕੰਮ ਲਈ ਅੱਜ ਉਹ ਸੱਜਣ ਸਾਡੇ ਨਾਲ ਆਏ ਨੇ, ਖਾਸ ਕਰਕੇ ਸਰਦਾਰ ਬੂਟਾ ਸਿੰਘ ਜੀ ਨੇ ਔਰ ਬਹੁਜਨ ਸਮਾਜ ਪਾਰਟੀ ਦੇ ਬਹੁਤ ਬੜੇ ਕੁਰਬਾਨੀ ਵਾਲੇ ਲੀਡਰ, ਜਿਨ੍ਹਾਂ ਨੇ ਲੰਮਾ ਸਮਾਂ ਬਾਊ ਜੀ ਹੋਰਾਂ ਦੇ ਨਾਲ ਕੰਮ ਕੀਤਾ। ਔਰ ਉਹਨਾਂ ਦੀ ਸਤਿਕਾਰਯੋਗ ਭੈਣ ਜੀ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਉਹ ਸੱਜਣ ਆਏ ਨੇ। ਉਹਨਾਂ ਨੇ ਅੱਜ ਸਾਡੇ ਨਾਲ ਹੱਥ ਮਿਲਾਇਆ, ਸਾਡਾ ਹੌਸਲਾ ਵਧਾਇਆ ਔਰ ਉਹਨਾਂ ਨੇ ਭਰੋਸਾ ਦਿੱਤਾ ਕਿ ਆਪਾਂ ਰਲ ਮਿਲ ਕੇ ਇਹ ਜਿਹੜਾ ਇੱਕ ਫਰੰਟ ਹੈ ਇਹਨੂੰ ਕਾਮਯਾਬ ਕਰੀਏ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਜਿਹੜੀ ਵਿਗੜੀ ਕਿਸਮਤ ਆ ਇਹਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਸੋ ਇਹਦੇ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਹਾਂ। ਮਹਾਰਾਜ ਮਿਹਰ ਕਰੇ, ਕਿਰਪਾ ਕਰੇ, ਦਇਆ ਕਰੇ, ਸੱਚੇ ਪਾਤਸ਼ਾਹ ਸਾਰਿਆਂ ਦੇ ਸਿਰ 'ਤੇ ਹੱਥ ਰੱਖੇ ਅਤੇ ਇਹ ਜਿਹੜੇ ਦੁਸ਼ਟ ਆ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਨੇ, ਹੁਣ ਮਾੜੇ ਦੱਸਣ ਲੱਗੀ ਤੇ ਚਿਰ ਬੜਾ ਲੱਗਣਾ, ਅਤੇ ਇਹਨਾਂ ਦਾ ਬੇੜਾ ਬੰਨੇ ਲੱਗੇ ਤਾਂ ਕਿ ਲੋਕ ਸੁਖ ਸ਼ਾਂਤੀ ਦੇ ਨਾਲ ਇਹ ਰਹਿ ਸਕਣ ਅਤੇ ਪੰਜਾਬ ਦਾ ਜਿਹੜਾ ਵਿਕਾਸ ਹੈ ਆਰਥਿਕ ਤੌਰ 'ਤੇ ਪੰਜਾਬ ਕੰਗਾਲ ਹੋ ਗਿਆ ਵਾ ਅਤੇ ਇਹ ਨਵੇਂ ਸਿਰੇ ਤੋਂ ਇਹ ਜਿਹੜੀ ਸੋਨੇ ਦੀ ਚਿੜੀ ਹੈ, ਸੋਨੇ ਦੀ ਚਿੜੀ ਬਣੇ। ਇਹਨਾਂ ਹੀ ਕਹਿ ਕੇ ਮੈਂ ਤਾਂ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਬਿਨਾਂ ਕਿ ਮੈਂ ਅਜੇ ਗੱਲ ਕਰਾਂ, ਹੋਰ ਬਾਕੀ ਗੱਲਾਂ ਫਿਰ ਕਰਾਂਗੇ। ਮੈਂ ਬੀਬੀ ਜੀ ਨੂੰ ਗੱਲ ਕਰਾਂਗੇ, ਬੀਬੀ ਸਵਰਨ ਕੌਰ ਜੀ ਜੋ ਸ਼੍ਰੀਮਾਨ ਕਾਸ਼ੀ ਰਾਮ ਜੀ ਦੇ ਸਤਿਕਾਰਯੋਗ ਭੈਣ ਜੀ ਨੇ, ਉਹ ਤੁਹਾਡੇ ਨਾਲ ਵਿਚਾਰ ਪਹਿਲਾਂ 2 ਮਿੰਟ ਸਾਂਝੇ ਕਰਨਗੇ। ਹਾਂਜੀ ਕਰ ਲਓ। ਹੁਣ ਦੁਨੀਆ ਨੇ ਜਕਾਰਾ ਨਹੀਂ ਛੱਡਣਾ, ਜਕਾਰਾ ਛੱਡਣਾ ਚਾਹੀਦਾ। ਬੋਲੇ ਸੋ ਨਿਹਾਲ। ਜਕਾਰਾ ਦੇ ਉਹ ਤਾਰ ਕੱਢੋ, ਤਾਰ ਚੈੱਕ ਠੀਕ ਹੈ, ਚੱਲਦਾ ਜੀ। ਕਰੀ ਉਰੇ ਆਈ ਥੋੜੀ ਬੋਤਲਾਂ ਨੀਚੇ ਕਰ ਲਓ ਭਾਜੀ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਜੈ ਭੀਮ, ਜੈ ਸ਼੍ਰੀ ਰਾਮ। ਮੈਂ ਇਸ ਕਰਕੇ ਇਸ ਜਗ੍ਹਾ ਪਰ ਮੈਨੂੰ ਆਉਣਾ ਪਿਆ ਕਿ ਮੇਰੇ ਵੀਰ ਜੀ ਨੇ ਤਾਂ ਰਾਸ਼ਟਰੀ ਪਾਰਟੀ ਬਣਾਈ ਸੀ ਸਾਡੇ ਵਾਸਤੇ, ਪਰ ਉਹ ਰਾਸ਼ਟਰੀ ਪਾਰਟੀ ਖੇਰੂ ਹੋ ਗਈ ਕਿ ਮੈਨੂੰ ਬਹੁਤ ਦੁੱਖ ਆ ਕਿ ਸਾਡੀ ਪਾਰਟੀ ਐਡੀ ਬੜੀ ਪਾਰਟੀ ਹੋ ਕੇ, ਰਾਸ਼ਟਰੀ ਪਾਰਟੀ ਹੋ ਕੇ ਸਾਡੀ ਖੇਰੂ ਪਾਰਟੀ ਹੋ ਗਈ ਕਿ ਸਾਨੂੰ ਸਾਡੇ ਦੁੱਖ ਸੁਣਨੇ ਵਾਲਾ ਕੋਈ ਹੈ ਨਹੀਂ। ਅਤੇ ਅਸੀਂ ਚਾਹੁੰਦੇ ਹਾਂ ਕਿ ਹੁਣ ਅਸੀਂ ਇਕੱਠੇ ਹੋਈਏ, ਆਪਣਾ ਦੁੱਖ ਸਾਂਝਾ ਕਰੀਏ ਅਤੇ ਅਸੀਂ ਆਪਣੇ ਦੁੱਖਾਂ ਦਾ ਹੱਲ ਕਰੀਏ।
ਤੇ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਤੇ ਅਸੀਂ ਤਾਂ ਪਾਵਰ ਵਿੱਚ ਆਵਾਂਗੇ ਕਿ ਸਾਡੇ ਪਾਵਰ ਹੋਣਗੇ ਤਾਂ ਅਸੀਂ ਆਪਣੇ ਦੁੱਖਾਂ ਦਾ ਹੱਲ ਕਰਾਂਗੇ। ਤੇ ਦੇਖੋ ਮਜ਼ਦੂਰ ਵੀ ਦੁਖੀ ਹੈ, ਕਿਸਾਨ ਵੀ ਦੁਖੀ ਹੈ, ਵਪਾਰੀ ਵੀ ਦੁਖੀ ਹੈ, ਸਾਰੇ ਲੋਕ ਦੁਖੀ ਹੈ। ਪਰ ਹੱਲ ਤਾਂ ਹੀ ਹੋਣਾ ਕਿ ਜੇ ਅਸੀਂ ਇਕੱਠੇ ਰਹਾਂਗੇ। ਜੇ ਅਸੀਂ ਇਕੱਲੇ ਇਕੱਲੇ ਰਹੇ ਤਾਂ ਸਾਡੀ ਪਾਵਰ ਨਹੀਂ ਹੋਣੀ, ਤਾਂ ਅਸੀਂ ਫਿਰ ਦੁਖੀ ਹੋ ਰਹਿਣਾ, ਸਾਡੇ ਪਰ ਇਹਨਾਂ ਦਾ ਕਬਜ਼ਾ ਰਹਿਣਾ। ਜੇ ਹੁਣ ਅਸੀਂ ਆਪਣਾ ਵਜਨ ਚੱਕਣੇ ਵਾਸਤੇ ਸਾਨੂੰ ਇਕੱਠੇ ਹੋਣਾ ਜ਼ਰੂਰੀ ਆ। ਕਿ ਮੈਂ ਦੇਖੋ ਮੈਂ ਤਾਂ ਇਹ ਪਾਰਟੀਆਂ ਵਿੱਚ ਦਾ ਕੋਈ ਕੰਮ ਕਰਿਆ ਨਹੀਂ ਕਦੇ, ਪਰ ਮੈਂ ਤੁਹਾਡਾ ਸਹਾਰਾ ਲੈ ਰਹੀ ਆ ਕਿ ਮੈਂ ਬਹੁਤ ਦੁੱਖ ਗੱਲ ਇੱਥੇ ਬੋਲ ਰਹੀ ਆ ਕਿ ਮੇਰਾ ਵੀਰ ਜੀ ਦਾ ਜਿਹੜਾ ਐਡੀ ਬੜੀ ਪਾਰਟੀ ਦਾ ਮਾਲਕ था, उसने सारी जिंदगी समाज बहुत जन समाज पार्टी बनाई थी, पर वो पार्टी खेरू हो गई। तो उसका भी मैंने दुखा। पर हम जे असी चलो थोड़ी छोटी छोटी पार्टियां इकट्ठे होइए पर अपनी पावर बनाइए तो अपने दुखों का हल करिए। इस करके मैं चाहती हाँ कि मेरे वीर जी रंगू वाले है, मैं इहदे पर मैंने पूरा भरोसा है कि ये हल करेगा। तो इस दे नाल मैं पूरी सहमत हाँ कि मेरा वीर जी बहुत चंगे सुभाव का ते इंसाफ वाला बंदा है। इस करके मैं चाहती हाँ कि सारे सानू इकट्ठे होना चाहिए, कल्ले कल्ले नहीं रहना चाहिए। कल्ले कल्ले रहेंगे तो असी खिंडेरे खिंडेरे रहेंगे, साढ़े पर होर पार्टियां का रोह रहेगा, उन्होंने अपनी मन मर्जी करनी है जिस तरह होम होंगी है। मोदी कर रहा है, कांग्रेस कर रही है, ऐसे सारिया पार्टियां साढ़े पर दबाव पा रही हैं। जे असी इकट्ठे होवांगे तो असी उन्होंने मुकाबला करांगे, सानू इकट्ठे होने की लोड़ है। जय भीम, जय काशी। मैं बहुत बीबी जी का धन्यवादी हाँ कि इन्होंने जो मिशन बाबू काशी राम जी ने शुरू किया सी, एक ऐसी पार्टी बना के देश में बहुत बड़ा नाम कमाया सी और यूपी सरकार भी बनी 2-3 बारी। तो उन्होंने फिर करने वाले उन्होंने खिलाफ इन्होंने एक जदोजहद शुरू की है। और मैं पंजाब के प्रभारी इस पार्टी के श्री तोमर साहब ने बेनती कराँगा, वो भी 5 मिनट तुहाडे नाल प्रेस नाल बेनती कोई अपनी गल करेंगे। तोमर साहब वाहेगुरु जी का खालसा, वाहेगुरु जी की फतेह। सत श्री अकाल, जय भीम। सबसे पहले हमारे सरप्रस्त हम सबके रणजीत सिंह ब्रह्मपुरा जी और जिनका सानिध्य हमें प्राप्त हो रहा है, सुखदेव सिंह ढींसा साहब, जगदीश गर्चा जी, बलवंत सिंह रामोवालिया जी, रणजीत सिंह तलवंडी जी, मकसूद हक जी, बूटा सिंह रणसिंह जी, अवतार सिंह जी, और हमारे बीच में भीम आर्मी और आज़ाद समाज पार्टी की राष्ट्रीय संरक्षक बड़ी बहन स्वर्ण कौर जी, सम्मानित सभी साथियों। आज भीम आर्मी पिछले 5-6 वर्ष से पूरे देश में अन्याय और अत्याचार के खिलाफ संघर्ष कर रही है। उसी की वजह से आज दुनिया की जो एक महत्वपूर्ण पत्रिका है टाइम्स, उसमें 100 बड़े लोगों में भारत में पहले नंबर पर भाई चंद्रशेखर आजाद जी का नाम आया है। आज ढींसा साहब ने एक अच्छी पहल की है कि जो संघर्ष बाबा साहब डॉक्टर अंबेडकर और मान्यवर काशीराम साहब ने सामाजिक परिवर्तन और आर्थिक मुक्ति आंदोलन, जिसमें सब कुछ आ जाता है, चाहे महंगाई हो, बेरोजगारी हो, कानून का राज हो, शिक्षा हो, स्वास्थ्य हो, और आज जिस प्रदेश को संतों गुरुओं की धरती समझा जाता था, आज उस धरती पर धर्म के साथ भी किस किस तरीके से खिलवाड़ हो रहा है,
उसको रोकने के लिए भी जरूरी है कि यहाँ एक जो गठबंधन था, पहले एक गठबंधन था अकाली और बीजेपी का, जिसने पूरे देश के किसानों की दशा ये कर दी कि 10 महीने हो चुके हैं लेकिन उनकी कोई सुनवाई करने वाला नहीं है। मैं तो धन्यवादी हैं पंजाब के लोगों का कि पंजाब के लोगों ने एक सरकार को चेताने के लिए अगर 10 महीने से ये टोल टैक्स भी बंद कर रखे हैं तो ये बहुत बड़ी कामयाबी है। और आने वाले समय में ये गठबंधन एक चुनाव का गठबंधन नहीं है, ये गठबंधन विचारों का गठबंधन है, समता स्वतंत्रता बंधुत्व कायम करने वाला गठबंधन है। और हमें हमारी मुलाकात हुई है गर्चा जी से और ढींढसा साहब से, तो हमें अपनत्व जैसा लगा कि अपने छोटे भाइयों को साथ में लेकर इस पंजाब की दिशा और दशा दोनों को बदलने की चाह रखते हैं। और लंबा अनुभव, राजनीतिक अनुभव इनको है। तो हमारे भाई चंद्रशेखर आजाद जी, हमने वो बात उनके सामने रखी और उन्होंने उसे सहज स्वीकार करके ये कह दिया कि मेरा यूपी में एक जरूरी कार्यक्रम लगा हुआ है गठबंधन से संबंधित ही, इसलिए आप राजीव कुमार लवली और आपकी पूरी टीम जो गठबंधन कर रही है, मैं उसकी सहमति, और मैं अभी इनके बाद में या पहले जब आप आदेश करेंगे टेलीफोन पे उनसे बात भी करा दूंगा और उनकी पूर्ण सहमति है। और आजाद समाज पार्टी काशीराम पूरे पंजाब में इस गठबंधन के लिए दिन रात एक करने का काम करेगी, अपनी सरकार बनाने का काम करेगी। और जो माननीय काशीराम साहब, बाबा साहब डॉक्टर अंबेडकर का जो सपना था, उसके अनुसार पंजाब को चौमुखी विकास करने का काम करेगी। मैं ऐसी आशा विश्वास के साथ आज बहुत बहुत सबको बधाई देते हुए, आभार प्रकट करते हुए सबको मैं जय भीम करता हूँ। जय भीम, जय भारत। बहुत बहुत धन्यवाद तुमका। हूँ मैं बेनती करूँगा कि इन्हों के प्रधान लवली जी कि वो भी अपने कुछ मिनटों लिए विचार पेश कर। लवली जी। वाहिगुरु जी का खालसा, श्री वाहिगुरु जी की फतेह। जय भीम, जय भारत। मंच पे विराजमान ब्रह्मपुरा साहब, ढींढसा जी, रामोवालिया जी, बूटा सिंह जी, साडी पार्टी के सरप्रस्त और बहुजन मूवमेंट ਨੂੰ देश देश चलाने वाले साहब कांशीराम जी दी भैन जी बीबी सरन कौर जी, आजाद समाज पार्टी पंजाब के प्रभारी ML तोमर साहब, इंडियन यूनियन मुस्लिम लीग के जनरल सकत्तर पंजाब हक साहब, सर रजीत सिंह तलवंडी जी और सारे सत्कारयोग साथी और मेरे पत्रकार भरावो, अज जो तीजे मोर्चे का गठन पंजाब के विच कीता जा रहा है मानयोग ढींढसा साहब की अगवाई। मैं विश्वास दवाना ढींढसा साहब नूं और सारे तीजे फ्रंट के जिन्ने भी साडे पार्टी के अहुदेदार बैठे ने, आजाद समाज पार्टी ते भीम आर्मी जिथे दिन पर रात पहला भी मेहनत करके पंजाब के अपने लोगों को जगाने का काम कर रही है। आने वाले 2022 के जिहड़े पंजाब विधान सभा के इलैक्शन उस दे विच पंजाब नूं इन्हां रवायती पार्टियां तो खड़ा छड़ा के जिन्हां ने तकरीबन पिछलियां जिहड़ियां 2-3 सरकारां गईयां ने, इन्हां ने पंजाब का वो घाण कीता, चाहे पंजाब की जवानी है, चाहे पंजाब की अदर पॉलिसीज ने,
ਪੰਜਾਬ ਕਿਹੜੇ ਪਾਸੇ ਨੂੰ ਲੈ ਕੇ ਗਏ ਆ। ਇਸ ਸਾਰੀ ਦਲਦਲ ਚੋਂ ਪੰਜਾਬ ਨੂੰ ਕੱਢਣ ਦੇ ਲਈ ਜਿਹੜਾ ਇਹ ਤੀਜੇ ਮੋਰਚੇ ਦਾ ਅੱਜ ਗਠਨ ਕੀਤਾ ਗਿਆ, ਸਾਰੀਆਂ ਹਮਖਿਆਲੀ ਪਾਰਟੀਆਂ ਇੱਥੇ ਇਕੱਠੀਆਂ ਹੋਈਆਂ ਨੇ। ਔਰ ਮੈਂ ਵਿਸ਼ਵਾਸ ਦਵਾਉਣਾ ਆਪਣੇ ਵੱਲੋਂ ਆਪਣੀ ਆਜ਼ਾਦ ਸਮਾਜ ਪਾਰਟੀ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਸਾਰੇ ਤੀਸਰੇ ਫਰੰਟ ਦੇ ਸਾਡੇ ਲੀਡਰ ਸਾਹਿਬਾਨ ਨੂੰ, ਜਿਹੜਾ ਆਪਾਂ ਇਹ ਗਠਨ ਕਰਾਂਗੇ ਔਰ ਜਿਹੜਾ ਗਠਨ ਕੀਤਾ ਹੈ ਪੰਜਾਬ ਦੇ ਵਿੱਚ, ਇਹ ਪੰਜਾਬ ਦੇ ਵਿੱਚ 2022 ਦੇ ਵਿੱਚ ਆਪਣੀ ਸਰਕਾਰ ਸਥਾਪਿਤ ਕਰੇਗਾ। ਮੈਂ ਇਸ ਗੱਲ ਦਾ ਵਿਸ਼ਵਾਸ ਦਵਾਉਂਦਾ। ਔਰ ਸਾਡਾ ਉਹ ਅਹਿਮ ਗੱਲ, ਕਿਉਂਕਿ ਕਿਸਾਨ ਪ੍ਰਧਾਨੀ ਦੇਸ਼ ਹੈ ਪੰਜਾਬ, ਸਾਡੇ ਜਿਹੜੇ ਕਿਸਾਨ ਭਰਾ ਤਕਰੀਬਨ ਪਿਛਲੇ 8 ਮਹੀਨੇ ਤੋਂ ਦਿੱਲੀ ਦੀਆਂ ਡੋਰਾਂ ਨੂੰ ਘੇਰੀ ਬੈਠੇ ਨੇ। ਔਰ ਇਹ ਅੰਦੋਲਨ ਜਿਹੜਾ ਹੈ, ਇਹ ਇਕੱਲੇ ਪੰਜਾਬ ਦਾ ਅੰਦੋਲਨ ਨਹੀਂ ਹੈ। ਦੇਸ਼ ਭਰ ਦੇ ਕਿਸਾਨ, ਦੇਸ਼ ਭਰ ਦਾ ਅੰਨਦਾਤਾ ਔਰ ਇਹਨਾਂ ਨੂੰ ਵਰਤਣ ਵਾਲੇ ਲੋਕ, ਕਹਿਣ ਤੋਂ ਭਾਵ ਸਾਰੀ ਲੜਾਈ ਦੇ ਨਾਲ ਜੁੜਿਆ ਹੋਇਆ ਮੁੱਦਾ ਕਿਸਾਨੀ ਦਾ ਮੁੱਦਾ ਜਿਹੜਾ ਹੈ, ਇਕੱਲੇ ਕਿਸਾਨਾਂ ਦਾ ਮੁੱਦਾ ਨਹੀਂ ਹੈ। ਔਰ ਮੈਂ ਇਸ ਮੰਚ ਤੋਂ ਕਿਸਾਨ ਭਰਾਵਾਂ ਨੂੰ ਵੀ ਮੈਂ ਇਹ ਵਿਸ਼ਵਾਸ ਦਿਵਾਉਣਾ, ਜਿੱਦਣ 2022 ਦੇ ਵਿੱਚ ਤੀਜੇ ਮੋਰਚੇ ਦੀ ਸਰਕਾਰ ਪੰਜਾਬ 'ਚ ਸਥਾਪਿਤ ਹੋਏਗੀ, ਅਸੀਂ ਪਹਿਲ ਦੇ ਆਧਾਰ ਤੇ ਜਿਹੜੇ ਆ ਕਿਸਾਨ ਭਰਾਵਾਂ ਦੇ ਮੁੱਦੇ ਜਿਹੜੇ ਆ ਉਹ ਵੀ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ। ਸੋ ਅੱਜ ਕਿਉਂਕਿ ਸਾਡੇ ਲੀਡਰ ਸਾਹਿਬਾਨ ਸਾਰੇ ਬੈਠੇ ਨੇ, ਮੈਂ ਸਭ ਦਾ ਦੁਆਰਾ ਫਿਰ ਧੰਨਵਾਦ ਕਰਦਾ ਔਰ ਵਿਸ਼ਵਾਸ ਦਿਵਾਉਣਾ ਪ੍ਰਧਾਨ ਜੀ ਨੂੰ, ਢੀਂਡਸਾ ਜੀ ਨੂੰ, ਵੀ ਅਸੀਂ 2022 ਦੇ ਜਿਹੜੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੇ ਉਹਦੇ 'ਚ ਅਸੀਂ ਪੋਜ਼ਿਟਿਵ ਰਿਜ਼ਲਟ ਲਿਆ ਕੇ ਜਿਹੜਾ ਉਹ ਆਪਣੀ ਸਰਕਾਰ ਸਥਾਪਿਤ ਕਰਾਂਗੇ। ਜੈ ਭੀਮ, ਜੈ ਭਾਰਤ। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਬੂਟਾ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ ਕਿਰਤੀ ਦੇ ਪ੍ਰਧਾਨ ਨੇ, ਉਹ ਵੀ ਅੱਜ ਸਾਡੇ ਸ਼ਾਮਲ ਹੋ ਰਹੇ ਨੇ। ਉਹਨਾਂ ਨੂੰ ਬੇਨਤੀ ਕਰਾਂਗੇ ਉਹ ਵੀ 2 ਮਿੰਟ ਲਈ ਆਪਣੇ ਵੱਲੋਂ ਕੁਝ ਕਹਿਣ। ਸਰਦਾਰ ਬੂਟਾ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਸਾਹਿਬ, ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ, ਤੋਮਰ ਸਾਹਿਬ, ਸੰਜੀਵ ਕੁਮਾਰ ਜੀ ਲਵਲੀ ਸਾਹਿਬ, ਸਰਦਾਰ ਅਵਤਾਰ ਸਿੰਘ ਜੀ ਜਲੰਧਰ ਜੋ ਜਨਤਾ ਦਲ ਦੇ ਪ੍ਰਧਾਨ ਹਨ ਪੰਜਾਬ ਦੇ, ਰਣਜੀਤ ਸਿੰਘ ਜੀ ਤਲਵੰਡੀ, ਮੇਰਾ ਭਾਈ ਕਰਨੈਲ ਸਿੰਘ ਜੀ ਪੀਰ ਮੁਹੰਮਦ, ਸਰਦਾਰ ਮਾਲਵਿੰਦਰ ਸਿੰਘ ਜੀ ਬੈਨੀਪਾਲ ਸਾਹਿਬ, ਸਾਡੀ ਭੈਣ ਬੀਬੀ ਸਵਰਨ ਕੌਰ ਜੀ ਔਰ ਸਰਦਾਰ ਬਲਵੰਤ ਸਿੰਘ ਜੀ ਰਾਮੂਵਾਲਗਾ, ਜਿਨ੍ਹਾਂ ਨੂੰ ਇਹ ਸੁਣ ਕੇ ਬੋਲਣ ਲੱਗੇ। ਤੇ ਇਹ ਸਾਰੇ ਪ੍ਰੋਗਰਾਮ ਦਾ ਜੋ ਮੁੱਢ ਬੰਨਿਆ ਭਾਈ ਜਗਦੀਸ਼ ਸਿੰਘ ਜੀ ਗਰਚਾ ਸਾਹਿਬ, ਉਹਨਾਂ ਦੇ ਹੋਣਹਾਰ ਸਪੁੱਤਰ ਭਾਈ ਹਰਜਿੰਦਰ ਸਿੰਘ ਜੀ ਗਰਚਾ, ਉਹਨਾਂ ਨੂੰ ਮੈਂ ਵਧਾਈ ਦਿੰਦਾ ਹਾਂ ਕਿ ਜੋ ਅੱਜ ਦਾ ਪ੍ਰੋਗਰਾਮ ਹੋ ਰਿਹਾ, ਇਹ ਗਰਚਾ ਪਰਿਵਾਰ ਨੇ ਸਾਰੀ ਹਿੰਮਤ ਕੀਤੀ। ਔਰ ਮੈਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਕਹਿਣਾ ਚਾਹੁੰਦਾ ਕਿ ਜਿਸ ਢੰਗ ਨਾਲ ਐਮਰਜੈਂਸੀ ਤੋਂ ਬਾਅਦ ਦੇਸ਼ ਦੇ ਵਿੱਚ ਇੱਕ ਤਬਦੀਲੀ ਲਿਆਂਦੀ ਸੀ, ਜੈ ਪ੍ਰਕਾਸ਼ ਨਰਾਇਣ ਨੇ ਸਾਰਿਆਂ ਨੂੰ ਇਕੱਠੇ ਕਰਕੇ ਤੇ ਸਾਡੇ ਤਜਰਬੇਕਾਰ ਆਗੂਆਂ ਨੂੰ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ, ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਜੋ ਨਿਮਰਤਾ ਦੇ ਪੁੰਜ ਹਨ, ਸਰਦਾਰ ਬਲਵੰਤ ਸਿੰਘ ਹੋਣੀ, ਇਹਨਾਂ ਨੂੰ ਉਸ ਢੰਗ ਨਾਲ ਪੰਜਾਬ ਦੇ ਵਿੱਚ ਅੱਜ ਤੱਕ ਮੁੱਢ ਵੱਜਿਆ। ਔਰ ਬਹੁਤ ਸਾਰਾ ਪੰਥ ਦੀਆਂ ਪਾਰਟੀਆਂ ਤੇ ਪੰਜਾਬ ਪੱਖੀ ਪਾਰਟੀਆਂ, ਜਿਨ੍ਹਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਇੱਕ ਜਿਵੇਂ ਬੱਚੇ ਹੁੰਦੇ ਆ ਤੇ ਇਹ ਬੱਚਿਆਂ ਦੇ ਪਿਤਾ ਹੁੰਦੇ ਆ, ਇਸ ਢੰਗ ਨਾਲ ਪੰਜਾਬ ਵਿੱਚ ਚੱਲ ਕੇ ਮੈਂ ਚਾਹੁੰਦਾ ਕਿ ਇੱਥੇ ਤਬਦੀਲੀ ਲਿਆਉਣ। ਔਰ ਤਬਦੀਲੀ ਦੇ ਵਿੱਚ ਅਸੀਂ ਜਿੰਨਾ ਯੋਗਦਾਨ ਆ 100% ਨੇ 110% ਪਾਵਾਂਗੇ, ਕਿਉਂਕਿ 36 ਸਾਲ ਮੈਂ ਸ਼੍ਰੋਮਣੀ ਅਕਾਲੀ ਦਲ 'ਚ ਮੈਨੂੰ ਕੰਮ ਕਰਦੇ ਨੂੰ ਹੋ ਗਏ। ਔਰ ਸਰਦਾਰ ਰਣਜੀਤ ਸਿੰਘ ਬ੍ਰਹਮਪੁਰੇ ਨੂੰ ਪਤਾ ਸਾਰੀ ਗੱਲ ਦਾ, ਇਸ ਕਰਕੇ ਅਸੀਂ ਢੀਂਡਸਾ ਸਾਹਿਬ ਆਪਦੀ ਸਮਰੱਥਾ ਤੋਂ ਵੱਧ ਉਹ ਫਰੰਟ ਦੇ ਲਈ ਕੰਮ ਕਰਾਂਗੇ, ਕਿਉਂਕਿ ਫਰੰਟ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਆ। ਜਿਵੇਂ ਦਿੱਲੀ ਦੇ ਕਿਸਾਨ ਬੈਠੇ ਆ,
ਪੰਜਾਬ 'ਚ ਨਕਲੀ ਦੁੱਧ ਤੇ ਪੰਜਾਬ ਦਾ ਪਾਣੀ ਥੱਲੇ ਬੱਚੇ ਵਿਦੇਸ਼ਾਂ ਨੂੰ। ਔਰ ਇਹ ਸਾਰਾ ਕੁਝ ਇਹ ਲੀਡਰਸ਼ਿਪ ਜਿਹੜੀ ਹੰਢੀ ਵੀ ਲੀਡਰਸ਼ਿਪ ਆ, ਜਿਹੜੀ ਤਜਰਬੇਕਾਰ ਲੀਡਰਸ਼ਿਪ ਆ, ਜਿਹੜੀ ਲੀਡਰਸ਼ਿਪ ਕੁਰਸੀਆਂ ਨੂੰ ਲੱਤਾਂ ਮਾਰ ਕੇ ਆਈ ਆ। ਢੀਂਡਸਾ ਸਾਹਿਬ ਅੱਜ ਵੀ ਰਾਜ ਸਭਾ ਦੇ ਮੈਂਬਰ ਆ। ਇਹਨਾਂ ਦਾ ਬੇਟਾ ਵਿਰੋਧੀ ਧਿਰ ਦਾ ਨੇਤਾ ਸੀ, ਖਜ਼ਾਨਾ ਮੰਤਰੀ ਰਿਹਾ। ਆ ਮਾਝੇ ਦਾ ਜੱਟ ਰਣਜੀਤ ਸਿੰਘ ਬ੍ਰਹਮਪੁਰਾ, ਇਹਦਾ ਸਪੁੱਤਰ ਰਵਿੰਦਰ ਸਿੰਘ। ਇਹਨਾਂ ਨੂੰ ਇਹ ਨਹੀਂ ਸੀ ਕਿ ਕੋਈ ਚੌਧਰ ਨਹੀਂ ਸੀ। ਇਹ ਪੰਜਾਬ ਦੀ ਦਸ਼ਾ ਨੂੰ ਵੇਖ ਕੇ ਔਰ ਸੁਖਬੀਰ ਸਿੰਘ ਬਾਦਲ ਜੋ ਪੰਜਾਬ ਦੇ ਵਿੱਚ ਗੜਬੜ ਕਰਦਾ ਸੀ, ਉਹਨੂੰ ਵੇਖ ਕੇ ਇਹਨਾਂ ਨੇ ਬੀੜਾ ਚੁੱਕਿਆ। ਅਸੀਂ ਇਹਨਾਂ ਦੇ ਨਾਲ ਔਰ ਸਮੁੱਚੀ ਇਕਾਈ ਨੂੰ ਮੈਂ ਬਹੁਤ ਵੱਡੀ ਪੱਧਰ ਤੇ ਸਾਡਾ ਮੀਡੀਆ ਬੈਠਾ, ਇਹਨਾਂ ਦੇ ਰਾਹੀਂ ਮੈਂ ਬੇਨਤੀ ਕਰਦਾ ਕਿ ਸਾਰੇ ਲੋਕੋ ਇਹ ਫਰੰਟ ਦਾ ਸਾਥ ਦੇ ਕੇ ਪੰਜਾਬ ਦੇ ਵਿੱਚ ਤਬਦੀਲੀ ਲਿਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਜਨਾਬ ਮਕਸੂਦ ਉਲ ਹਕ ਜੋ ਕੌਮੀ ਸਕੱਤਰ ਨੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਬਨਾਤ ਵਾਲਾ ਤੇ, ਉਹ ਵੀ ਸਾਡੇ ਨਾਲ ਆਏ ਨੇ। ਉਹਨਾਂ ਨੂੰ ਬੇਨਤੀ ਕਰਾਂਗੇ ਉਹ 2 ਮਿੰਟ ਲਈ ਤੁਹਾਡੇ ਨਾਲ ਵਿਚਾਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਪੀਕਰ ਤੇ ਲਾ ਦਿਓ। ਇਹ चंद्र शेखर जी, आनी भाई बात कीजिए जी, ढींडसा जी ये माइक पे है, हैंड फ्री है। हेलो सर, बहुत बहुत मेहरबानी आपकी चंद्रशेखर जी कि आपकी सारी टीम आई हुई है इधर और प्रेस कॉन्फ्रेंस कर रहे हैं। ये प्रेस वालों को भी कुछ आपकी तरफ से 2 मिनट बोल दीजिए। बहुत बहुत मेहरबानी होगी आपकी। बहुत बहुत मुबारकबाद। और 2022 विधानसभा चुनाव पंजाब में भीम आर्मी और आजाद समाज पार्टी ये तीसरा मोर्चा हमारे जिम्मेदार आदरणीय पार्टी ने बनाया है, जिसमें श्रोमणी अकाली दल संयुक्त और सभी सहयोगी पार्टियां जो ये गठबंधन हमारा बना है, इसके लिए पंजाब प्रदेश में प्रभारी श्री अहमद सोमन और पंजाब प्रदेश के अध्यक्ष आजाद समाज पार्टी के राजीव कुमार गांधी और भीम आर्मी के जो प्रदेश अध्यक्ष हैं संजय दत्ता जी, मैं उनका धन्यवाद करता हूँ कि उन्होंने इस निर्णय को जो है ना स्वीकार किया। इस निर्णय को वो मजबूती को लड़ेंगे। अब ये मेरे द्वारा अधिकृत है, मैं इनका आगे से गठबंधन का समर्थन करता हूँ। और सत्य रणजीत सिंह ब्रह्मपुरा और देवता जी जो हमारे लीडर है वहाँ, जिनके नेतृत्व में जो सरकार बनेगी पंजाब का चुनौती विकास करेगी और सभी का मान सम्मान को सुनिश्चित करेगी। मैं अपने तरफ से गठबंधन के सभी सहयोग का आभार प्रकट करता हूँ। और मैं कुछ चुनाव में आप लोगों में चुनाव आऊंगा, आप क्षेत्रों में जा जाके जो है हम जनता से अपील करें कि इस बार वो हमारे गठबंधन को वोट दें, हमारी सरकार बनाए और पंजाब को ये नशा और समाज करेगी जो सरकार मुक्ति दिलाएं। आप सभी का धन्यवाद और मुबारकबाद आप सभी को। थैंक यू वेरी मच। बहुत बहुत मेहरबानी आपकी। सत श्री अकाल। करो जी। वाहिगुरु जी का खालसा, वाहिगुरु जी की फतेह। मेरे बुजुर्ग रहनुमा जनाब ढींडसा साहब और वरणपुरा साहब और रामोवालिया साहब, साडी माता बाबू कांशी राम जी की भैन ते इत्थे मैं यकीन दिलावां कि इंडियन यूनियन मुस्लिम लीग पंजाब की तरक्की वास्ते, पंजाब के साझे कामां वास्ते कि इन्हां बजुर्गों के हत्थों को असीं मजबूत करांगे कि पंजाब के अंदर असीं ऐसी सरकार बनाइए कि जिहड़ा लोगों को इंसाफ मिल सके और सही उन्हां नूं हक मिल सके। और इन्हां नूं असीं पूरा यकीन दिलाउने कि अगर इंडियन यूनियन मुस्लिम लीग की किते भी जरूरत पैंदी है
ਕਿਸੇ ਵੀ ਕੰਸਟੀਟੂਐਂਸੀ ਦੇ ਅੰਦਰ 117 ਦੇ ਅੰਦਰ ਤੇ ਅਸੀਂ ਇਨਸ਼ਾਅੱਲਾ ਇਹਨਾਂ ਦੇ ਨਾਲ ਖੜੇ ਹਾਂ ਔਰ ਇਹਨਾਂ ਦੇ ਹੱਥਾਂ ਨੂੰ ਮਜ਼ਬੂਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं ਹੁਣ ਬੇਨਤੀ ਕਰਾਂਗਾ ਸਰਦਾਰ ਰਣਜੀਤ ਸਿੰਘ ਦਾ ਸਾਰੇ ਸਾਡੇ ਸਰਦਾਰ ਬਲਵੰਤ ਸਿੰਘ ਰਾਮੂਵਾਲ ਜੀ 2 ਮਿੰਟ ਲਈ ਉਹ ਵੀ ਆਪਣੇ ਤੁਹਾਡੇ ਨਾਲ ਗੱਲ ਕਰਨ, ਤਾਂ ਕਿ ਬਹੁਤ ਟਾਈਮ ਹੋ ਗਿਆ। ਮੈਂ ਫਿਰ 5 ਮਿੰਟ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਤੁਹਾਨੂੰ ਕਰਾਵਾਂਗੇ। ਮੈਂ ਪਹਿਲਾਂ ਸਰਦਾਰ ਬਲਵੰਤ ਸਿੰਘ ਰਾਮੂਵਾਲ ਜੀ ਨੂੰ ਕਹਿਣਾ ਤੇ ਇਹ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ, ਇਹ ਸ਼੍ਰੀ ਚੰਦਰ ਸ਼ੇਖਰ ਆਜ਼ਾਦ ਜੀ ਜਿਨ੍ਹਾਂ ਦੀ ਇੱਕ ਪਾਰਟੀ ਅੱਜ ਸਾਡੇ ਨਾਲ ਜੁਆਇਨ ਕਰ ਰਹੀ ਹੈ, ਉਹ ਆਪ ਮਜਬੂਰੀ ਕਰਕੇ ਅੱਜ ਆਉਣਾ ਸੀ, ਉਹਨਾਂ ਨੇ ਆਪ ਵੀ ਪਰ ਉਹ ਆ ਨਹੀਂ ਸਕੇ, ਤਾਂ ਕਿ ਉਹਨੇ ਕਹਿੰਦੇ ਸੀ ਪ੍ਰੈਸ ਵਾਲਿਆਂ ਨਾਲ ਮੇਰੀ ਟੈਲੀਫੋਨ ਤੇ ਗੱਲ ਜ਼ਰੂਰ ਕਰਾ ਦਿਓ। ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਤੁਹਾਨੂੰ, ਤਾਂ ਕਿ ਇਹ ਨਾ ਹੋਵੇ ਕੋਈ ਕਹਿਣਗੇ ਪ੍ਰਧਾਨ ਨਹੀਂ ਹੈ ਜਾਂ ਹੋਰ ਨਹੀਂ, ਉਹਨਾਂ ਦੇ ਆਪ ਦੇ ਵਿਚਾਰ ਤੁਹਾਡੇ ਨਾਲ ਕਰਾਏ ਸੀ। ਹੁਣ ਮੈਂ ਬਲਵੰਤ ਸਿੰਘ ਜੀ ਨੂੰ ਕਰਾਂਗਾ ਤੇ 2 ਮਿੰਟ ਦੀ ਗੱਲ ਕਰਾਂਗੇ। मानयोग प्रेस वाले हंस बुद्ध सियाने सज्जन मंच से बैठी लीडरशिप, मैं 2 मिनट की गल्लां करनी है। पहली गल कि यह सारा यतन जिस मैं भी कुदे तो मैं आपकी भैन नूं सवेरे घरे लैन चलिया गया सी उत्थे पे रोपड़ को, तो अज बड़ी वड्डी खुशी ना आए है कि आ सारा कुछ जो इकट्ठ हो रहा है, मैं इस फख्र करना एक किसान मूवमेंट नूं ऐ है जिवें एक दुनिया के वड्डे हिस्से की उवें पंजाब के वड्डे हिस्से की शक्ति प्राप्त कर रही है। पूरा तन मन धन जो कुछ है फिलोसफी किसान मूवमेंट कामयाब कराएंगे। दूजी गल किसानां नूं हौली बोलो ना, किसानां नूं टिचरां कीतियां जा रही हैं कि यार तुसीं टेढ़े विद्वान है, बेइज्जती नहीं। जेड़ा उठता जी मैं 300 यूनिट मुफ्त दे दूंगा, कोई कहना मैं 400 यूनिट दे दूंगा, की गल किसान जवाक भी मैं तेन कुल्फी दे दूंगा, मैं तेन पकौड़ा दे दूंगा, उन्होंने बेइज्जती नहीं। एडा बुद्धू समझे मसले अणखा दे। दूजी गल मसले राजनीति नूं वपारीकरण विचों मुक्त कराउणा है। वपारीकरण चों किधरे होटल किधरे बसां 3500 फिर बसां दे जिहड़े मालिक है वो PRTC का पंजाब पुलिस दे उन्हां लोकां नूं कुटदे आ जिहड़े कहंदे साडी बस 'च बह जाओ। एड्डी बेइज्जती। अगली मैं गल करनी चाहुंदा कि मैनूं खुशी है लिबड़ा साहब के लड़के ढींडसा जी सरदार सुखदेव सिंह लिबड़ा आपां इकट्ठे MP रहे हैं, उन्होंने लड़के रणवीर सिंह ते एक सुरिंदर सिंह रोडे ये भी अपने नाल चलिया करनगे। आखिर में मैं गल कहना बई पंजाब के लोगों बुद्धू बनों हट जाओ। कोई इत्थे गल नहीं। जो एक बीबी आ सारी दिहाड़ी कांग्रेस नूं गालां कढ़दी रहिंदी है, कांग्रेस वाले उन्होंने की गल असी ये वीडियो ते लड़ाइयां देखना है। पंजाब की किस्मत दी लकीरां इत्थे बेरोजगारी दूर करनी, इत्थे गुणवंत विद्या लियाउणी, इत्थे राजनीति विच फिक्रमंदी ते फर्जमंदी वो प्रदान करनी। मैं बीबी स्वर्ण कौर का धन्नवादी हाँ। इन्हें 1 मिनट लाया। इन्हों का लड़का लखवीर सिंह है, वो कहता जी मैं पिंड पिंड जाऊँगा, मैं चैलेंज करदा वो गड्डियां ते काबज होने वाले बेसूलियो जिवें 37 सी एक हीर दी नणद वो ते हीर दोनों अपने मित्रों ने रलियां सी। एक दा नाम सी मराज एक रांझा, पर घरे लड़दियां रहिंदियां सी। वो लड़ी जान गुੱਟ पट देन। वो वारिस शाह कहंदा दोवें जदों मराद ते रांझे दा सुनेहा आया दोवें हारनियां वांगो तैनूं नठियां ने। घरे एक देवे मेरे दूजी कट्टे गालां विचों नंद भरजाई दोवें इकट्ठियां ने। जे कांग्रेस अकाली इकट्ठे है, इसलिए नखेर के रख जाएंगे। अकल दे दिमाग की साबण सच्ची सोटा ते विंब पा के चमका देंगे राजनीति सही केड़ी है। मुबारकबाद ढींडसा जी, मुबारकबाद बनपुरा जी, बहुत बहुत धन्यवाद। ਹੁਣ मैं बहुत टाइम ले लिया सी सारिਆਂ ने। 1 मिनट ਲਈ कनैक्टेड अपना
ਜਨਤਾ ਦਲ ਯੂਨਾਈਟਿਡ ਦੇ ਜਿਨ੍ਹਾਂ ਸੈਕੂਲਰ ਦੇ ਪ੍ਰਧਾਨ ਸਾਹਿਬ ਨੂੰ ਕਰਾਂਗੇ, ਉਹ 1 ਮਿੰਟ ਲਈ ਕਰਨਗੇ। ਉਸ ਤੋਂ ਬਾਅਦ ਜਨਤਾ ਦਲ ਯੂਨਾਈਟਿਡ ਦੇ ਉਹ ਵੀ 1 ਮਿੰਟ ਲਈ ਕਰਨਗੇ। ਮਾਨਯੋਗ ਸਾਰੇ ਪ੍ਰੈਸ ਵਾਲੇ ਵੀ ਤੁਹਾਡਾ ਸਭ ਦਾ ਧੰਨਵਾਦ। ਮਾਨਯੋਗ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਜੀ, ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ, ਸਾਡੇ ਰਾਸ਼ਟਰੀ ਪ੍ਰਧਾਨ ਐਚ.ਡੀ. ਦੇਵਗੌੜਾ ਜੀ ਦੇ ਕਾਫੀ ਨਜ਼ਦੀਕ ਸਾਹਿਬ ਬਲਵੰਤ ਸਿੰਘ ਰਾਮੂਵਾਲੀਆ ਜੀ, ਭੈਣ ਸਰਨ ਕੌਰ ਜੀ, ਕੋਮਰ ਸਾਹਿਬ, ਮੁਕਤਸਰ ਭੱਟ ਜੀ, ਲਵਲੀ ਸਾਹਿਬ, ਰਣਜੀਤ ਸਿੰਘ ਟੋਨੀ ਸਾਹਿਬ, ਹਰਦੀਪ ਸਿੰਘ ਕੱਚਾ ਜੀ, ਤੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰਾ ਵੀਰ ਮੱਲੀ ਸਾਹਿਬ ਬੈਠੇ, ਮਾਲੀ ਸਾਹਿਬ, ਤੇ ਮੇਰੇ ਸਭ ਤੋਂ ਸਤਿਕਾਰਯੋਗ ਸਰਦਾਰ ਬੂਟਾ ਸਿੰਘ ਨਸ਼ੀ, ਜਿਨ੍ਹਾਂ ਨੇ ਇਹਨਾਂ ਦੇ ਪ੍ਰਯਾਸਾਂ ਨਾਲ ਅਸੀਂ ਅੱਜ ਇੱਥੇ ਢੀਂਡਸਾ ਸਾਹਿਬ ਨਾਲ ਸਾਡੀ ਮੁਲਾਕਾਤ ਹੋਈ, ਅਗਲਾ ਪ੍ਰੋਗਰਾਮ ਲਿਆ। ਅਸੀਂ ਸਾਰੇ ਪੰਜਾਬੀ ਫਿਕਰਮੰਦ ਹਾਂ, ਪੂਰਾ ਦੇਸ਼ ਫਿਕਰਮੰਦ ਹੈ। ਅਕਾਲੀ ਦਲ ਇਹੋ ਜਿਹੀ ਜਮਾਤ ਸੀ, ਸ਼੍ਰੋਮਣੀ ਅਕਾਲੀ, ਜਿਹਨੇ ਰਾਜਾਂ ਦੇ ਵੱਧ ਅਧਿਕਾਰ ਦੀ ਗੱਲ ਕੀਤੀ ਸੀ ਅਤੇ ਸੰਵਿਧਾਨ ਦੀ ਰੱਖਿਆ ਲਈ, ਦੇਸ਼ ਨੂੰ ਸੈਕੂਲਰ ਬਣਾਉਣ ਲਈ ਸਭ ਤੋਂ ਜ਼ਿਆਦਾ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਨੇ ਪਾਇਆ। ਪਰ ਦੁਖਾਂਤ ਹੈ, ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਕੁਰਬਾਨੀਆਂ ਦੀ ਦੇਣ ਵਾਲਿਆਂ ਦੀ ਸੰਸਥਾ ਸੀ, ਗੁਰਸਿੱਖੀ ਦਾ ਪ੍ਰਚਾਰ ਕਰਨ ਵਾਲੀ ਸੰਸਥਾ ਸੀ, ਅੱਜ ਇੱਕ ਵਪਾਰੀਆਂ ਲੋਕਾਂ ਦੇ ਹੱਥ 'ਚ ਆ ਗਈ। ਪੰਜਾਬ ਦੇ ਵੋਟਰ ਬਦਲ ਭਾਲਦੇ ਆ। ਇੱਕ ਪਾਸੇ ਕਾਂਗਰਸ ਹੈ, ਉਹਦੀ ਕੁੰਡੀ ਦਿੱਲੀ ਦੇ ਵਿੱਚ ਹੈ, ਉਹਨੂੰ ਪੰਜਾਬ ਦੇ ਲੋਕ ਉਹਨੂੰ ਪਸੰਦ ਨਹੀਂ ਕਰਦੇ। ਦੂਸਰੀ ਭਾਰਤੀ ਜਨਤਾ ਪਾਰਟੀ ਹੈ, ਉਸ ਦੇ ਜਿਹੜੇ ਨਿਸ਼ਾਨੇ ਹੈ ਦੇਸ਼ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ, ਨਾਗਰਿਕਾਂ ਦੇ ਅਧਿਕਾਰਾਂ ਨੂੰ ਖਤਮ ਕਰਨ ਦਾ, ਪ੍ਰੈਸ ਦੀ ਆਵਾਜ਼ ਨੂੰ ਖਤਮ ਕਰਨ ਦਾ, ਉਹ ਸਾਰੇ ਮੁੱਦੇ ਸਾਰੇ ਪ੍ਰੈਸ ਵਾਲੇ ਜਾਣਦੇ ਆ। ਤੇ ਅਸੀਂ ਇਹ ਵੀ ਚਾਹੁੰਦੇ ਕਿ ਸੰਵਿਧਾਨ ਦੀ ਰੱਖਿਆ ਹੋਵੇ। ਉਹ ਸਭ ਦੇ ਸਤਿਕਾਰ ਲਈ ਸਾਨੂੰ ਪੰਜਾਬ ਦੀ ਹੀ ਅਜਿਹੀ ਪਾਰਟੀ ਚਾਹੀਦੀ ਜਿਹਦੀ ਬਾਗਡੋਰ ਪੰਜਾਬ 'ਚ ਹੋਵੇ। ਉਹ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਜਿਸ ਨੂੰ ਅੱਜ ਬਲ ਮਿਲਿਆ। ਸਰਦਾਰ ਬੂਟਾ ਸਿੰਘ ਨੰਸ਼ੀ ਹਰਾਂ ਨੇ ਵੀ ਦਿੱਤਾ, ਉਸ ਨੂੰ ਬਲ ਆਜ਼ਾਦ ਸਮਾਜ ਪਾਰਟੀ ਨੇ ਦਿੱਤਾ, ਉਸ ਨੂੰ ਬਲ ਜਨਤਾ ਦਲ ਯੂਨਾਈਟਿਡ ਨੇ ਦਿੱਤਾ, ਉਸ ਨੂੰ ਬਲ ਆਪਣੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਦਿੱਤਾ। ਸਾਨੂੰ ਆਸ ਹੈ ਕਿ ਬਹੁਤ ਵੱਡਾ ਫਰੰਟ ਬਣੇਗਾ। ਲੋਕ ਭਾਲਦੇ ਆ, ਅਸੀਂ ਪੰਜਾਬ ਦੀ ਪਾਰਟੀ ਜਿਹੜੀ ਹੈ ਉਹ ਆਪਣਾ ਹੱਕ ਜਾਵਾਂਗੇ, ਜਿਤਾਵਾਂਗੇ, ਵੋਟਾਂਗੇ, ਗਲੀਆਂ ਗਲੀਆਂ 'ਚ ਜਾਵਾਂਗੇ, ਕੂਚਿਆਂ 'ਚ ਜਾਵਾਂਗੇ। ਇਹਨਾਂ ਨਾਲ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹੁਣ ਮੈਂ ਬੇਨਤੀ ਕਰਾਂਗਾ 1 ਮਿੰਟ ਲਈ ਸਰਦਾਰ ਮਨਵਿੰਦਰ ਸਿੰਘ ਬੋਲਣਗੇ। ਸਰਦਾਰ ਮਨਵਿੰਦਰ ਸਿੰਘ ਸੂਬਾ ਪ੍ਰਧਾਨ ਨੇ ਜਿਹੜੇ ਜਨਤਾ ਦਲ ਯੂਨਾਈਟਿਡ ਦੇ, ਉਹ ਵੀ 1 ਮਿੰਟ ਲਈ ਤੁਹਾਡੇ ਨਾਲ ਵਿਚਾਰ ਕਰਨਗੇ। ਉਸ ਤੋਂ ਬਾਅਦ ਮੈਂ 2 ਮਿੰਟ ਬੇਨਤੀ ਕਰੂੰਗਾ। ਲਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਚ ਤੇ ਬੈਠੇ ਸਰਕਾਰਯੋਗ ਨੇਤਾ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ, ਜਿਨ੍ਹਾਂ ਨੇ ਮਿਹਨਤ ਕਰਕੇ ਤੇ ਮੋਰਚਾ ਬਣਾਇਆ ਹੈਗਾ, ਤੇ ਪ੍ਰੈਸ ਦੇ ਸਾਰੇ ਵੀਰ ਭਾਈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਮੇਂ ਦਾ ਤਕਾਜ਼ਾ ਹੈਗਾ, ਮਾਫੀ ਚਾਹਾਂਗਾ, ਜ਼ਿਆਦਾ ਲੰਬਾ ਨਹੀਂ ਬੋਲਦਾ। ਢੀਂਡਸਾ ਸਾਹਿਬ ਨਾਲ ਸਾਡਾ 1 ਸਾਲ ਤੋਂ ਰਾਬਤਾ ਚੱਲ ਰਿਹਾ ਹੈਗਾ, ਗੱਲਬਾਤ ਚੱਲ ਰਹੀ ਹੈ। ਕੋਵਿਡ ਦਾ ਟਾਈਮ ਆ ਗਿਆ ਸੀਗਾ, ਇਸ ਕਰਕੇ ਜ਼ਿਆਦਾ ਨਹੀਂ ਤੁਰ ਪਾਏ, ਲੇਕਿਨ ਢੀਂਡਸਾ ਸਾਹਿਬ ਨੇ ਜਿਹੜਾ ਹਿੰਮਤ ਕਰਕੇ ਫਿਰ ਤੋਂ ਸਾਰਿਆਂ ਨੂੰ ਇਕੱਠਾ ਕੀਤਾ ਹੈ। ਇਸ ਵਕਤ ਪੰਜਾਬ ਨੂੰ ਇਸ ਦੀ ਬਹੁਤ ਲੋੜ ਹੈ। ਸਾਰੇ ਦੇਖ ਚੁੱਕੇ ਹੈ, 2 ਪਾਰਟੀਆਂ, ਕਦੀ ਇੱਕ ਆ ਜਾਂਦੀ, ਕਦੀ ਦੂਜੀ ਆਉਂਦੀ ਹੈ, ਲੇਕਿਨ ਆਪਾਂ ਸਭ ਦੇਖ ਚੁੱਕੇ ਹਾਂ। ਹੁਣ ਇਸ ਵਕਤ ਤੀਜੇ ਮੋਰਚੇ ਦੀ ਲੋੜ ਹੈ, ਤੇ ਮੈਂ ਬਹੁਤ ਵਧਾਈ ਦੇਵਾਂਗਾ ਢੀਂਡਸਾ ਸਾਹਿਬ ਨੂੰ। ਸਾਡੇ ਲੀਡਰ ਨਿਤਿਸ਼ ਕੁਮਾਰ ਜੀ ਇਹਨਾਂ ਦੇ ਪੁਰਾਣੇ ਸਾਥੀ ਰਹੇ ਨੇ, ਇਕੱਠੇ ਵਜ਼ੀਰ ਰਹੇ ਨੇ ਸੈਂਟਰ 'ਚ, ਤੇ ਉਹਨਾਂ ਦੀ ਇੱਕ ਸਾਫ਼ ਨੀਅਤ ਤੇ ਨੀਤੀ ਜਿਹੜੀ ਉਹਨਾਂ ਦੀ ਹੈ। ਉਹਨਾਂ ਨੇ ਦੇਖੋ ਤੁਸੀਂ, ਇੱਕ ਬਿਹਾਰ ਸਟੇਟ ਜਮਾਂ ਪਿਛੜਿਆ ਸਟੇਟ ਸੀਗਾ, ਕੋਈ ਉੱਥੇ ਬੇਰੁਜ਼ਗਾਰੀ, ਆਪਣੇ ਬਿਹਾਰੀ ਭਾਈ ਇੱਥੇ ਆ ਕੇ ਕੰਮ ਕਰਦੇ ਸੀ, ਅੱਜ ਆਣੇ ਘਟ ਗਏ। ਕਿਉਂ? ਕਿਉਂਕਿ ਉੱਥੇ ਰੋਜ਼ਗਾਰ ਦੇਣ ਲੱਗ ਗਿਆ। ਕਿਉਂਕਿ ਉਹਨਾਂ ਦੀ ਨੀਅਤ ਸਾਫ਼ ਹੈ, ਨੀਤੀ ਸਾਫ਼ ਹੈ। ਸੋ ਇਹੀ ਵਿਚਾਰ ਲੈ ਕੇ ਅਸੀਂ ਤੁਰੇ ਹਾਂ ਪੰਜਾਬ 'ਚ। ਕੋਈ ਪੁਰਾਣੀ ਪਾਰਟੀ ਨਹੀਂ, ਪਹਿਲਾਂ ਵੀ ਜਨਤਾ ਦਲ ਨੇ ਇੱਥੇ ਨੇਤਾ ਦਿੱਤੇ ਨੇ, ਆਪਣੇ ਆਈ.ਕੇ. ਗੁਜਰਾਲ ਸਾਹਿਬ, ਵਿਜੇ ਸਾਖੇ ਜੀ, ਤੇ ਅਸੀਂ ਫੇਰ ਤੁਰੇ ਹਾਂ ਢੀਂਡਸਾ ਸਾਹਿਬ ਦੀ ਸਰਪ੍ਰਸਤੀ 'ਚ, ਤੇ ਇਹਨਾਂ ਦੇ ਤਹਿ ਦਿਲ ਨਾਲ ਅਸੀਂ ਸਪੋਰਟ ਕਰਦੇ ਇਹਨਾਂ ਨੂੰ, ਤੇ ਵਧਾਈ ਦਿੰਦੇ ਹਾਂ ਜਿਹੜਾ ਮੋਰਚਾ ਸ਼ੁਰੂ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਢੀਂਡਸਾ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਬਹੁਤ ਵਿਸ਼ਾਲ ਆਧਾਰ ਵਾਲੀਆਂ CPI ਤੇ CPM ਉਹਨਾਂ ਪਾਰਟੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਉਹ ਬਹੁਤ ਫਿਕਰਮੰਦ ਸੈਕਸ਼ਨ ਹੈ,
ਸਾਡੀ ਰਾਜਨੀਤਿਕ ਸੁਸਾਇਟੀ। मैं इस तो पहला कि अपनी गल शुरू करा, मैं साड़ी सत्कारयोग भैन बीबी स्वर्ण कौर जी का बहुत धन्नवादी हाँ। इन्होंने वो मिशन जो बाबू काशी राम जी ने शुरू किया उन्होंने अगे तोड़ने का, और तोमर साहब जो इस दे इंचार्ज ने पंजाब के, इन्हों का भी बहुत बड़ा रोल है पार्टी इकट्ठे करने का। तो बाकी पार्टियां के जो साडे लीडर आए हैं उन्होंने जिथे धन्यवाद करना चाहना, उत्थे बेनती करना चाहना कि अज लोड़ सी, मैं पहला भी कहा कि लोड़ सी कि एक ऐसा फ्रंट बनाया जाए जो उन्होंने पार्टियां नूं, जो जिस तरह इन्होंने कहा सी कि कदे अकाली कहते उन्होंने छड्डता अकाली बना, उन्होंने सिर्फ नरोड़ तो नरोड़ पैसे का रख लिया और कारपोरेट किस्म का बना के पार्टी नूं रखिया। इस करके मैं और बनपुरा जी ते साडे साथी जिहड़े ने असीं इस करके उन्होंने तो अड्ड होए हैं। अज वो बहुत बड़े पैसे वाले ने। मैं बेनती करना चाहना कि भावें कांग्रेस है, भावें बीजेपी है, तो भावें बादके ने, उन्होंने को बेइंतहा पैसा है और रोज़ टीवी पे वो टाइम खरीद के तो बहुत बड़िया गल्लां करते। असीं बहुत गरीब लोगों को इकट्ठे कर रहे हैं क्योंकि असल काम है जिहड़ा वो गरीबां दा है और गरीब चाहुंदे ने पंजाब दा, वो लोग चाहुंदे ने कि एक ऐसा फ्रंट बने जिहदे नाल असीं सारे तुर सकीए। मैं रामूवालिया जी जो तुसीं कह के CPIM ते CPI उन्होंने तुहानूं पता ही है कि गलबात चलती है, तकरीबन बहुत पॉजिटिव ने और मैं समझदा भी वो भी जल्दी साडे नाल आ जाणगे। तो एक साडे नाल बहुत बड़ा तबका आया है, वो है जो अपना मनरेगा दे जिन्ने वर्कर ने, मनरेगा के वर्कर ने जिहड़े वो साडे नाल करने वाले ने। इस करके मैं एक बेनती करना चाहूँ, भावें तुहानूं पता ही है कि आ सैशन जो चलिया ये एक दिन भी नहीं चल सकिया। क्यों नहीं चलिया? क्योंकि सारी अपोजिशन चाहती सी कि वो किसान जिन्हों ने इतना बड़ा बहुत बड़ी लड़ाई लड़ी है, लड़ी जा रही है अजे तकरीबन साल तो हो गया, कुछ 2-3 महीने इतने चलाई, फिर हुण 9 महीने तो ऊपर का समा हो गया वो बॉर्डर से बैठे ने। भावें साडी पार्टी पहले दिन तो ही उन्होंने नाल हमेशा खड़ी है बान सूबे नाल, ते इन्हां दी पार्टी जो अज असीं इकट्ठे होए हाँ, इन्हां दी पार्टी ने भी बड़े जोर नाल उहदा कीता है, पर असीं किसी की गल नहीं सुनी। असीं नारे लाउंदे रहे, असीं गल्लां करदे रहे, लेकिन उन्होंने बहस करन तक भी जवाब दे दिता, कोई बहस नहीं की। असीं साडी मंग की सी कि बहस करो ताकि किसानों की जो बिलों के हक बोलने वाले ने वो भी दसन अपनी गल, असी भी दसीए कि किसान क्यों लड़ रहे हैं। मैं समझदा किसानों ने इतनी बड़ी लड़ाई लड़ी है, वो किसान मजदूर, कल्ले किसान नहीं मजदूर भी उन्होंने नाल ने, क्योंकि जिन्होंने अन्न पैदा करके इस देश का ढिड भरिया है वो अज आओ लड़ाई लड़ रहे हैं तो सरकार उन्होंने सुनी रही। इसे करके अज सारिया सरकारां भावें वैस्ट बंगाल सी, वो भी पार्टियां हौली हौली साडे नाल सारियां आउण लगियां ने, TMC होवे चाहे होर भी, उन्होंने भी गल करके असीं नाल जोड़ने का यतन करांगे और होर भी जिन्नियां होणगीआं वो भी करांगे। और दूसरी मेरी बेनती है, अज तुहानूं इस करके तकलीफ दित्ती कि असीं मनो इकट्ठे होकर तुरे हैं, सानू लोड़ है अज प्रैस की। प्रैस उन्होंने चैनल खरीदियां ने, चैनलों में पैसे दे के करते हैं और हो सकता वो अखबारों भी पैसे मालकां नूं दिंदे हो, लेकिन तुसीं जिहड़े आए हो तुहानूं बेनती है कि आओ साडा साथ, असीं गरीब लोग हाँ, असीं आम सधारण लोगों चों उठ के आए हाँ, साडा सिद्धांतक लड़ाई है और उहदे लई साडा साथ दिओ और असीं इकट्ठे होके। अज ये नहीं है कि अज
ਅਸੀਂ ਸਰਬੈਨੀ ਇਕੱਠੇ ਹਾਂ, ਹੋਰ ਬਹੁਤ ਬੜੀਆਂ ਪਾਰਟੀਆਂ ਆਉਣਗੀਆਂ, ਫਿਰ ਤੁਹਾਨੂੰ ਤਕਲੀਫਾਂ ਦੇਵਾਂਗੇ। ਪਹਿਲਾਂ ਜਿਵੇਂ ਮਨਰੇਗਾ ਵਾਲੇ ਆ ਜੀ, ਉਧਰ ਵੀ ਤੁਹਾਨੂੰ ਬੁਲਾ ਕੇ ਅਸੀਂ ਬੇਨਤੀ ਕੀਤੀ ਸੀ, ਔਰ ਹੋਰ ਵੀ ਜਿੰਨੀਆਂ ਪਾਰਟੀਆਂ CPIM ਆਵੇ, CPI ਆਵੇ, ਹੋਰ ਆਵੇ। ਇਸ ਕਰਕੇ ਬਹੁਤ ਧੰਨਵਾਦ ਤੁਹਾਡਾ। ਜੋ ਕੋਈ ਅਗਰ ਤੁਸੀਂ ਸਵਾਲ ਕਰਨਾ ਚਾਹੁੰਦੇ ਹੋ ਤਾਂ ਅਸੀਂ ਹਰ ਵਕਤ ਉਹਦਾ ਜਵਾਬ ਦੇਣ ਨੂੰ ਤਿਆਰ ਹਾਂ। ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਕ ਸਾਡਾ ਇਸ਼ੂ ਹੈ ਕਿ ਇੱਕ ਤਾਂ ਸਾਡਾ ਹੈ ਕਿ ਮੋਰ ਪਾਵਰ ਟੂ ਦੀ ਸਟੇਟ ਫੈਡਰਲ ਸਿਸਟਮ, ਉਹਦੇ 'ਚ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਬਾਕੀ ਸਾਡੀ ਇੱਕ ਕਮੇਟੀ ਬਣੇਗੀ ਸਾਰੇ ਗਰੁੱਪਾਂ ਨਾਲ, ਔਰ ਉਹ ਕਮੇਟੀ ਬਣ ਕੇ ਔਰ ਉਹ ਮਿਨੀਮਮ ਜਿਹੜਾ